ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਬੇਟਾ। ਅੱਜ ਆਪਾਂ ਵਿਆਕਰਨ ਦਾ ਟੌਪਿਕ ਕਰਾਂਗੇ ਸ਼ਬਦ ਜੋੜ, ਸ਼ਬਦ ਸ਼ੁੱਧੀ, ਸਪੈਲਿੰਗ। ਬੇਟਾ ਕਿਸੇ ਵੀ ਭਾਸ਼ਾ ਨੂੰ ਸਹੀ ਲਿਖਣ, ਬੋਲਣ ਤੇ ਸਮਝਣ ਲਈ ਸ਼ਬਦਾਂ ਦਾ ਸ਼ੁੱਧ ਹੋਣਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਨੂੰ ਵੀ ਸ਼ੁੱਧ ਰੂਪ ਵਿੱਚ ਲਿਖਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਤੇ ਜਿਸ ਨੂੰ ਸ਼ਬਦ ਜੋੜ ਦੀ ਸਹਾਇਤਾ ਨਾਲ ਸੁਧਾਰਿਆ ਜਾ ਸਕਦਾ ਹੈ। ਇਸ ਲਈ ਸ਼ਬਦ ਜੋੜ ਜਾਂ ਸ਼ੁੱਧ ਸ਼ਬਦ ਆਪਾਂ ਕਿਵੇਂ ਸਿੱਖ ਸਕਦੇ ਹਾਂ? ਇਹਦੇ ਲਈ ਆਪਾਂ ਨੂੰ ਸ਼ਬਦਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਸ਼ਬਦ ਬਣਦੇ ਕਿਵੇਂ ਹਨ, ਕਿੰਨੇ ਹਨ, ਕਿਵੇਂ ਇਹਨਾਂ ਦਾ ਪ੍ਰਯੋਗ ਕਰਨਾ ਹੈ। ਸ਼ਬਦ ਵਰਨਾਂ, ਲਗਾਂ ਅਤੇ ਲਗਾਖਰਾਂ ਦੇ ਸੰਜੋਗ ਤੋਂ ਬਣਦਾ ਹੈ, ਜਿਵੇਂ ਘਰ, ਸਕੂਲ, ਮੁੰਡਾ ਆਦਿ। ਪੰਜਾਬੀ ਵਿੱਚ 41 ਵਰਨ, 10 ਲਗਾ ਮਾਤਰਾ, 3 ਲਗਾਖਰ ਤੇ 3 ਅਰਧ ਸਵਰ ਹਨ। ਪੰਜਾਬੀ ਵਿੱਚ 41 ਵਰਨ ਹਨ ਤੇ 10 ਲਗਾ ਮਾਤਰਾ ਮਤਲਬ ਮਾਤਰਾ ਲੱਗਦੀਆਂ ਹੈ ਜੋ, 3 ਲਗਾਖਰ ਹਨ ਬਿੰਦੀ, ਟਿੱਪੀ ਤੇ ਅੱਧਕ, ਤੇ 3 ਅਰਧ ਸਵਰ ਹਨ। ਕਿਸੇ ਵੀ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਇਹਨਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਸੀਕੁਐਂਸ ਕ੍ਰਮ ਵਾਈਜ਼ ਅਨੁਸਾਰ ਹੀ ਜੋੜਿਆ ਜਾਂਦਾ ਹੈ, ਤਾਂ ਹੀ ਸ਼ਬਦ ਸਾਰਥਕ ਬਣਦਾ ਹੈ। ਸ਼ਬਦਾਂ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਵਿਦਵਾਨਾਂ ਨੇ ਕੁਝ ਨਿਯਮ ਬਣਾਏ ਹਨ ਜੋ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਰਨਾਂ ਦੀ ਵਰਤੋਂ ਸੰਬੰਧੀ, ਕਿ ਵਰਨ ਕਿਸ ਤਰ੍ਹਾਂ ਆਪਾਂ ਪ੍ਰਯੋਗ ਕਰਨੀ ਹੈ। ਪੰਜਾਬੀ ਵਰਨਮਾਲਾ ਵਿੱਚ ਕੁਝ ਵਰਨ ਅਜਿਹੇ ਹਨ ਜਿਨ੍ਹਾਂ ਦੀ ਸੁਰ ਮਤਲਬ ਸਾਊਂਡ ਆਪਸ ਵਿੱਚ ਰਲਦੀ ਮਿਲਦੀ ਹੁੰਦੀ ਹੈ। ਇਸ ਲਈ ਇਹੋ ਜਿਹੇ ਸ਼ਬਦਾਂ ਨੂੰ ਲਿਖਣ ਵੇਲੇ ਅਕਸਰ ਭੁਲੇਖਾ ਮਤਲਬ ਸਾਨੂੰ ਕਨਫਿਊਜ਼ਨ ਹੋ ਜਾਂਦੀ ਹੈ, ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਤੇ ਗਲਤ ਲਿਖ ਦਿੰਦੇ ਹਾਂ। ਇਹਦੇ ਲਈ ਪਹਿਲਾ ਰੂਲ ਹੈ, ਤੀਜੇ ਅਤੇ ਚੌਥੇ ਵਰਗ ਦੇ ਵਰਨਾਂ ਦੀ ਵਰਤੋਂ ਵਰਨਮਾਲਾ ਦੇ ਤੀਜੇ ਵਰਗ ਭਾਵ ਕੱਕੇ, ਕੱਖੇ, ਗੱਗੇ ਵਾਲੀ ਲਾਈਨ ਵਿੱਚ ਗੱਗਾ ਤੀਜਾ ਵਰਨ ਹੈ, ਤੇ ਉਸੇ ਤਰ੍ਹਾਂ ਜੱਜਾ ਵੀ, ਡੱਡਾ ਵੀ, ਦੱਦਾ ਵੀ ਤੇ ਬੱਬਾ। ਅਤੇ ਚੌਥੇ ਵਰਗ ਭਾਵ ਚੌਥੀ ਜਗ੍ਹਾ ਤੇ ਕਿਹੜਾ ਹੁੰਦਾ ਹੈ? ਘੱਗਾ, ਝੱਜਾ, ਢੱਡਾ, ਧੱਦਾ, ਪੱਬਾ। ਵਰਗਾਂ ਦੇ ਵਰਨਾਂ ਦੀ ਸੁਰ ਸਾਊਂਡ ਰਲਦੀ ਮਿਲਦੀ ਜਾਪਦੀ ਹੈ, ਇੱਕੋ ਜਿਹੀ ਲੱਗਦੀ ਹੈ, ਪਰ ਲਿਖਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੀਜਾ ਵਰਗ ਅਲਪਰਾਨ ਤੇ ਚੌਥਾ ਮਹਾਪਰਾਨ ਧੁਨੀਆਂ ਵਾਲਾ ਹੈ। ਅਲਪਰਾਨ ਮਤਲਬ ਜਿਹੜੀ ਬੋਲਣ ਵੇਲੇ ਜਿਹੜੀ ਸਾਹ ਹੈ ਘੱਟ ਨਿਕਲਦਾ, ਮਤਲਬ ਛੋਟੀ ਧੁਨੀ ਹੁੰਦੀ ਹੈ ਇਹਦੀ, ਤੇ ਮਹਾਪਰਾਨ ਮਤਲਬ ਥੋੜ੍ਹੀ ਜਿਹੀ ਜਿਹੜੀ ਇਹਦੀ ਧੁਨੀ ਹੈ ਲੰਬੀ ਹੁੰਦੀ ਹੈ। ਇਸ ਲਈ ਉਚਾਰਨ ਦਾ ਧਿਆਨ ਰੱਖਦਿਆਂ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਆਪਾਂ ਗੱਗਾ ਬੋਲਦੇ ਹਾਂ ਤੇ ਘੱਗਾ ਬੋਲਦੇ ਹਾਂ, ਥੋੜ੍ਹਾ ਜਿਹਾ ਫਰਕ ਹੈ ਇਹਨਾਂ ਦੀ ਸਾਊਂਡ ਵਿੱਚ। ਜਿਵੇਂ ਕੰਗੀ ਔਰ ਕੰਗੀ ਬੋਲਣ ਵਿੱਚ ਲਗਭਗ ਇੱਕੋ ਜਿਹੇ ਲੱਗਦੇ ਹਨ, ਇਸ ਕਰਕੇ ਕਨਫਿਊਜ਼ਨ ਹੋ ਜਾਂਦੀ ਹੈ ਵੀ ਗੱਗਾ ਲਿਖਣਾ ਹੈ ਕਿ ਘੱਗਾ ਲਿਖਣਾ ਹੈ। ਤੇ ਜੇ ਆਪਾਂ ਗੱਗੇ ਦੀ ਜਗ੍ਹਾ ਘੱਗੇ ਦੀ ਵਰਤੋਂ ਕਰ ਦਿੰਦੇ ਹਾਂ ਤਾਂ ਅਰਥ ਵਿੱਚ ਭਿੰਨਤਾ ਆ ਜਾਂਦੀ ਹੈ। ਜਿਵੇਂ ਸੰਗ ਸ਼ਬਦ ਹੈ, ਸੰਗ ਗੱਗੇ ਨਾਲ ਲਿਖਿਆ ਤਾਂ ਉਹਦਾ ਅਰਥ ਹੈ ਸ਼ਰਮ, ਤੇ ਜੇ ਘੱਗੇ ਨਾਲ ਲਿਖਿਆ ਤਾਂ ਉਹਦਾ ਮਤਲਬ ਹੈ ਸੰਗ ਗਲਾ। ਆਵਾਜ਼ 'ਚ ਕੋਈ ਖਾਸ ਫਰਕ ਨਹੀਂ, ਪਰ ਗੱਗੇ ਦੀ ਜਗ੍ਹਾ ਘੱਗਾ ਲਿਖਤਾ ਤਾਂ ਅਰਥ ਵਿੱਚ ਅੰਤਰ ਆ ਜਾਂਦਾ ਹੈ। ਜਿਵੇਂ ਗੁਣ ਦਾ ਅਰਥ ਹੈ ਵਿਸ਼ੇਸ਼ਤਾ, ਔਰ ਘੁਣ ਦਾ ਅਰਥ ਹੈ ਕੀੜਾ। ਇਸੇ ਤਰ੍ਹਾਂ ਜੱਜੇ ਅਤੇ ਝੱਜੇ ਦੀ ਵਰਤੋਂ ਵਿੱਚ ਕਿਵੇਂ ਫਰਕ ਆਉਂਦਾ ਹੈ? ਜਿਵੇਂ ਆਪਾਂ ਬੋਲਿਆ ਸਮਝ, ਹੁਣ ਸਮਝ ਬੋਲਿਆ ਤਾਂ ਕੁਛ ਜਿਨ੍ਹਾਂ ਨੂੰ ਰੂਲ ਨਹੀਂ ਪਤਾ ਉਹ ਜੱਜੇ ਨਾਲ ਵੀ ਲਿਖ ਦਿੰਦੇ, ਉਹ ਗਲਤ ਹੋ ਜਾਂਦਾ ਬੇਟਾ। ਸ਼ੁੱਧ ਸ਼ਬਦ ਹੁੰਦਾ ਸਮਝ ਝੱਜੇ ਨਾਲ, ਤਾਂ
ਜੱਜੇ ਦੀ ਜਗ੍ਹਾ ਅਗਰ ਆਪਾਂ ਝੱਜੇ ਦੀ ਵਰਤੋਂ ਕਰਦੇ ਹਾਂ ਨਾ ਤਾਂ ਅਰਥ ਵਿੱਚ ਫਰਕ ਆ ਜਾਂਦਾ। ਜਿਵੇਂ ਪੰਜੀ, ਪੰਜੀ ਮਤਲਬ 5 ਪੈਸੇ, ਔਰ ਪੰਜੀ 25 ਹੋ ਗਿਆ। ਇਸੇ ਤਰ੍ਹਾਂ ਦੇਖੋ ਬੇਟਾ ਜੜ ਜਿਵੇਂ ਸ਼ਬਦ ਹੈ, ਜੱਜਾ ਡਾੜਾ ਜੜ, ਜੜ ਦਾ ਮਤਲਬ ਜੜਨਾ, ਸੈੱਟ ਕਰਨਾ, ਨਗ ਚੜਿਆ ਗਿਆ। ਝੜ, ਜੇ ਝੱਜਾ ਲਾਤਾ ਅੱਗੇ ਡਾੜੇ ਦੇ ਤਾਂ ਝੜ ਬਣ ਗਿਆ, ਝੜ ਦਾ ਮਤਲਬ ਟੁੱਟਣਾ। ਜਿਵੇਂ ਝੂਠ, ਝੂਠ ਝੂਠੀ ਚੀਜ਼, ਤੇ ਜੇ ਝੱਜੇ ਨਾਲ ਪਾਇਆ ਤਾਂ ਉਹਦੇ ਅਰਥ 'ਚ ਅੰਤਰ ਆ ਜਾਂਦੇ, ਝੂਠ ਸੱਚ ਦਾ ਉਲਟ। ਇਸ ਤਰ੍ਹਾਂ ਜੇ ਆਪਾਂ ਜੱਜੇ ਦੀ ਜਗ੍ਹਾ ਝੱਜੇ ਦੀ ਵਰਤੋਂ ਕਰ ਦਿੰਦੇ ਹਾਂ ਤਾਂ ਉਹਦੇ ਅਰਥ ਵਿੱਚ ਅੰਤਰ ਆ ਜਾਂਦਾ ਹੈ ਔਰ ਉਹ ਗਲਤ ਹੋ ਜਾਂਦਾ ਹੈ। ਇਸ ਕਰਕੇ ਬੇਟਾ ਇਹ ਜਿਹੜਾ ਰੂਲ ਹੈ ਇਹ ਯਾਦ ਵੀ ਰੱਖਣੇ ਪੈਣਗੇ, ਇਹਨਾਂ ਦੀ ਪ੍ਰੈਕਟਿਸ ਵੀ ਕਰਨੀ ਪਏਗੀ, ਇਹਨੂੰ ਧਿਆਨ ਨਾਲ ਕਰਨਾ ਬੇਟਾ। ਅਗਰ ਤੁਸੀਂ ਕਿੰਨਾ ਹੀ ਵਧੀਆ ਲਿਖ ਲੈਂਦੇ ਹੋ ਐਸੇ ਲੈਟਰ, ਅਗਰ ਜ਼ਿਆਦਾ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਤਾਂ ਨੰਬਰ ਕੱਟ ਜਾਂਦੇ। ਉਸੇ ਤਰ੍ਹਾਂ ਪ੍ਰਸ਼ਨ ਉੱਤਰ ਹੈ, ਤੁਸੀਂ ਜਿੰਨੇ ਮਰਜ਼ੀ ਵਧੀਆ ਲਿਖ ਲਓ, ਸਪੈਲਿੰਗ ਜ਼ਿਆਦਾ ਗਲਤ ਕਰਤੇ ਤਾਂ ਨੰਬਰ ਕੱਟੇ ਜਾਣਗੇ। ਸਪੈਲਿੰਗ ਸਹੀ ਹੋਣੇ ਜ਼ਰੂਰੀ ਹੈ, ਹਰ ਜਗ੍ਹਾ 'ਤੇ ਜਿਹੜੇ ਸ਼ਬਦ ਸ਼ੁੱਧ ਹੋਣੇ ਜ਼ਰੂਰੀ ਹੁੰਦੇ ਹੈ। ਇਸੇ ਤਰ੍ਹਾਂ ਡੱਡੇ ਅਤੇ ਢੱਡੇ ਦੀ ਵਰਤੋਂ ਵਿੱਚ ਅਰਥ ਭਿੰਨਤਾ। ਜੇ ਆਪਾਂ ਡੱਡੇ ਦੀ ਜਗ੍ਹਾ ਢੱਡਾ ਵਰਤ ਲੈਂਦੇ ਹਾਂ ਤਾਂ ਅਰਥ ਗਲਤ ਹੋ ਜਾਂਦਾ ਹੈ। ਇਹ ਨਾਲ ਬੇਟਾ ਜਿਵੇਂ ਦਿੱਤਾ ਹੋਇਆ ਨਾ ਪੇਜ ਨੰਬਰ 28, 29 'ਤੇ, ਇਹਨਾਂ ਦਾ ਤੁਸੀਂ ਅਭਿਆਸ ਕਰਨਾ ਲਿਖਣ ਲਈ, ਲਿਖ ਕੇ ਦੇਖਣੇ ਹਨ ਤਾਂ ਤੁਹਾਨੂੰ ਇਹ ਕਲੀਅਰ ਹੋਣਗੇ। ਜਿਵੇਂ ਸਾਡੇ ਹੈ, ਸਾਡੇ ਦਾ ਮਤਲਬ ਡੱਡੇ ਨਾਲ ਲਿਖਿਆ ਤਾਂ ਆਪਣੇ, ਅਰ ਢੱਡੇ ਨਾਲ ਲਿਖਿਆ ਤਾਂ ਸਾਡੇ ਮਤਲਬ 3 ਐਂਡ ਹਾਫ, 1 ਐਂਡ ਹਾਫ। ਜਿਵੇਂ ਵੱਡੀ, ਵੱਡੀ ਦਾ ਮਤਲਬ ਡੱਡੇ ਨਾਲ ਲਿਖਿਆ ਜ਼ਿਆਦਾ ਔਰ ਢੱਡੇ ਨਾਲ ਲਿਖਿਆ ਵੱਡੀ, ਵੱਡੀ ਦਾ ਮਤਲਬ ਰਿਸ਼ਵਤ, ਕਿਸੇ ਨੂੰ ਪੈਸੇ ਦੇਣਾ। ਠੀਕ ਹੈ, ਅਰਥ ਚੇਂਜ ਹੋ ਜਾਂਦਾ ਹੈ। ਡਾਹ ਦਾ ਮਤਲਬ ਰੱਖਣਾ, ਮੰਜਾ ਡਾਹ ਦੇ, ਢਾਹ ਢਾਉਣਾ ਮਤਲਬ ਸੱਟ ਦੇਣਾ। ਡੱਡੇ ਦੀ ਜਗ੍ਹਾ ਅਗਰ ਆਪਾਂ ਢੱਡੇ ਦੀ ਵਰਤੋਂ ਕਰਦੇ ਹਾਂ ਨਾ ਤਾਂ ਅਰਥ ਬਦਲ ਜਾਂਦਾ ਹੈ। ਇਸ ਕਰਕੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਇੱਥੇ ਕਿਹੜਾ ਜਿਹੜਾ ਹੈ ਵਰਨ ਪ੍ਰਯੋਗ ਹੋਏਗਾ। ਉਸੇ ਤਰ੍ਹਾਂ ਦੱਦੇ ਅਤੇ ਧੱਦੇ ਦੀ ਵਰਤੋਂ ਵਿੱਚ ਅਰਥ ਭਿੰਨਤਾ। ਜੇ ਆਪਾਂ ਦੱਦੇ ਦੀ ਜਗ੍ਹਾ ਧੱਦਾ ਲਗਾ ਦਿੰਦੇ ਹਾਂ ਔਰ ਧੱਦੇ ਦੀ ਜਗ੍ਹਾ ਦੱਦਾ ਲਗਾ ਦਿੰਦੇ ਹਾਂ ਤਾਂ ਅਰਥ ਚੇਂਜ ਹੋ ਜਾਂਦਾ ਹੈ। ਜਿਵੇਂ ਖਾਦੀ ਹੈ, ਖਾਦੀ ਦੱਦੇ ਨਾਲ ਲਿਖਿਆ ਖੱਦਰ ਦੀ, ਤੇ ਖਾਦੀ ਧੱਦੇ ਨਾਲ ਲਿਖਿਆ ਖਾ ਲਈ, ਦੱਦੇ ਨਾਲ ਲਿਖਿਆ ਤਾਂ ਉਹਦਾ ਮਤਲਬ ਹੈ ਖੱਦਰ ਦੀ ਚੀਜ਼। ਖਾਧੀ ਧੱਦੇ ਨਾਲ ਲਿਖਿਆ ਤਾਂ ਖਾ ਲਈ। ਉਵੇਂ ਹੀ ਜਿਵੇਂ ਦਾਤ ਹੈ, ਦੱਦੇ ਨੂੰ ਕੰਨਾ ਤੱਤਾ ਦਾਤ, ਇਹਦਾ ਮਤਲਬ ਬਖਸ਼ਿਸ਼, ਕੁਛ ਮਿਲਣਾ, ਔਰ ਧੱਦੇ ਨਾਲ ਲਿਖਿਆ ਤਾਂ ਧਾਤ, ਧਾਤ ਦਾ ਮਤਲਬ ਪਦਾਰਥ, ਮੈਟਲ। ਗੰਦ, ਗੰਧ। ਇਸੇ ਤਰ੍ਹਾਂ ਬੇਟਾ ਦਾ ਜਿਹੜਾ ਹੈ ਮੀਨਿੰਗ ਹੀ ਚੇਂਜ ਹੋ ਜਾਂਦਾ ਹੈ ਇੱਕ ਵਰਨ ਚੇਂਜ ਹੋਣ ਨਾਲ, ਤਾਂ ਇਹਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ। ਹੁਣ ਆਪਾਂ ਦੇਖਾਂਗੇ ਬੱਬੇ ਦੀ ਜਗ੍ਹਾ 'ਤੇ ਭੱਬੇ ਦੀ ਵਰਤੋਂ ਵਿੱਚ ਅਰਥ ਭਿੰਨਤਾ। ਬੱਬੇ ਦੀ ਜਗ੍ਹਾ ਅਗਰ ਆਪਾਂ ਭੱਬਾ ਲਗਾ ਦਿੰਦੇ ਹਾਂ, ਭੱਬੇ ਦੀ ਜਗ੍ਹਾ ਬੱਬਾ ਲਗਾ ਦਿੰਦੇ ਹਾਂ ਤਾਂ ਉਹਦੇ ਵੀ ਅਰਥ ਬਦਲ ਜਾਂਦੇ ਹਨ। ਜਿਵੇਂ ਦੱਬ ਹੈ, ਦੱਬ ਮਤਲਬ ਘੁੱਟ ਦੇ ਜ਼ੋਰ ਨਾਲ, ਦੱਬ, ਦੱਬ ਮਤਲਬ ਘਾਹ। ਸਭ, ਸਭ ਦਾ ਮਤਲਬ ਛੋਟਾ, ਸੈਕਿੰਡ। ਸਬ ਰਜਿਸਟਰਾਰ, ਸਬ ਕਮੇਟੀ। ਤੇ ਜੇ ਭੱਬੇ ਨਾਲ ਲਿਖਿਆ ਸੱਸਾ ਭੱਬਾ ਸਭ, ਸਭ ਮਤਲਬ ਸਾਰੇ, ਸਰਬੱਤ ਦਾ ਭਲਾ। ਬੱਬੇ ਨਾਲ ਆਪਾਂ ਲਿਖਿਆ ਬੱਬੇ ਨੂੰ ਲਾਂ, ਟੈਂਕੇ ਨੂੰ ਕਰਨਾ ਬੇਟਾ, ਬੇਟਾ ਮਤਲਬ ਪੁੱਤਰ। ਤੇ ਜੇ ਭੱਬੇ ਨਾਲ ਲਿਖਤਾ ਇਹ ਸ਼ਬਦ ਅੱਗੇ ਭੱਬਾ ਲਗਾ ਦਿੱਤਾ ਟੈਂਕੇ ਦੇ ਤਾਂ ਭੇਟਾਂ, ਭੇਟਾਂ ਮਤਲਬ ਦਕਸ਼ਨਾ, ਕੁਛ ਦੇਣਾ, ਕਿਸੇ ਨੂੰ ਕੁਛ ਭੇਟ ਕਰਨਾ। ਬੋਲੀ, ਭਾਸ਼ਾ। ਜੇ ਭੱਬੇ ਨਾਲ ਲਿਖਤਾ ਭੋਲੀ, ਭੋਲੀ ਦਾ ਮਤਲਬ ਮਾਸੂਮ। ਇਸੇ ਤਰ੍ਹਾਂ ਬੇਟਾ ਕੰਨੇ ਦੀ ਵਰਤੋਂ ਵੀ ਨਾਲ ਵੀ ਕਨਫਿਊਜ਼ਨ ਹੋ ਜਾਂਦੀ ਹੈ। ਜਿਵੇਂ ਹਿੰਦੀ 'ਚ ਆਸਾਨ ਹੁੰਦਾ ਹੈ, ਪੰਜਾਬੀ 'ਚ ਸ਼ੁੱਧ ਸ਼ਬਦ ਕੀ ਹੈ? ਆਸਾਨ। ਇਹ ਸਾਰੇ ਅਸ਼ੁੱਧ ਸ਼ਬਦ ਹਨ, ਜਿਹੜੇ ਸਾਹਮਣੇ ਦਿੱਤੇ ਹੋਏ ਹੈ ਇਹ ਸ਼ੁੱਧ ਸ਼ਬਦ ਹਨ।
ਬਾਰੀਕ ਜਿਵੇਂ ਆਪਾਂ ਹਿੰਦੀ 'ਚ ਲਿਖਦੇ ਹਾਂ, ਪੰਜਾਬੀ 'ਚ ਬਰੀਕ ਹੁੰਦਾ ਹੈ। ਆਵਾਰਾ ਨਹੀਂ ਹੁੰਦਾ, ਪੰਜਾਬੀ 'ਚ ਸ਼ੁੱਧ ਸ਼ਬਦ ਕੀ ਹੈ? ਅਵਾਰਾ। ਉਸੇ ਤਰ੍ਹਾਂ ਨਾਜਾਇਜ਼ ਨਹੀਂ, ਨਜਾਇਜ਼। ਪਾਜਾਮਾ ਨਹੀਂ, ਪਜਾਮਾ। ਆਰੰਭ ਨਹੀਂ, ਆਰੰਭ ਲਿਖਦੇ ਆ ਪੰਜਾਬੀ 'ਚ ਸ਼ੁੱਧ ਸ਼ਬਦ। ਬਾਦਾਮ ਨਹੀਂ, ਹਿੰਦੀ 'ਚ ਕੀ ਹੁੰਦਾ? ਬਦਾਮ। ਆਪਾਂ ਪੰਜਾਬੀ 'ਚ ਬਦਾਮ ਹੁੰਦਾ ਹੈ। ਆਸਮਾਨ ਬੋਲਦੇ ਆ ਹਿੰਦੀ 'ਚ, ਪੰਜਾਬੀ 'ਚ ਕੀ ਹੁੰਦਾ? ਸ਼ੁੱਧ ਸ਼ਬਦ ਅਸਮਾਨ। ਸਾਕਾਰ ਬੋਲਦੇ ਆ ਹਿੰਦੀ 'ਚ, ਪੰਜਾਬੀ 'ਚ ਸ਼ੁੱਧ ਸ਼ਬਦ ਕੀ ਹੈ? ਸਕਾਰ। ਇਸੇ ਤਰ੍ਹਾਂ ਆਹਾਰ, ਆਹਾਰ ਨਹੀਂ, ਆਹਾਰ ਸ਼ੁੱਧ ਸ਼ਬਦ ਹੈ। ਜਾਗੀਰ ਨਹੀਂ, ਸ਼ੁੱਧ ਕੀ ਹੈ? ਜਗੀਰ। ਮਾਸੂਮ ਹੁੰਦਾ ਹਿੰਦੀ 'ਚ, ਪਰ ਪੰਜਾਬੀ 'ਚ ਸ਼ੁੱਧ ਕੀ ਹੈ? ਮਾਸੂਮ। ਹਿੰਦੀ 'ਚ ਨਾਰਾਜ਼, ਪੰਜਾਬੀ 'ਚ ਨਾਰਾਜ਼ ਸ਼ੁੱਧ ਸ਼ਬਦ ਹੈ। ਇਸੇ ਤਰ੍ਹਾਂ ਨਾਣੇ ਦੀ ਵਰਤੋਂ ਵੀ ਆਪਾਂ ਦੇਖ ਲਈਏ। ਜਿਵੇਂ ਆਪਾਂ ਲਿਖਦੇ ਹਾਂ ਕੱਕਾ ਨਾਣਾ, ਕੱਕਾ ਕਣਕ। ਇੱਥੇ ਨਾਣੇ ਨਾਲ ਸਹੀ ਆਏਗਾ, ਕੱਕਾ ਨਾਣਾ ਕੱਕਾ ਕਣਕ। ਗੁਣ, ਗੁਣ ਨਹੀਂ ਹੁੰਦਾ, ਕੀ ਹੁੰਦਾ? ਸ਼ੁੱਧ ਸ਼ਬਦ ਗੁਣ। ਬੇਟਾ ਇਹਦੀ ਪ੍ਰੈਕਟਿਸ ਕਰਨੀ ਹੈ। ਜਿੰਨਾ ਕੰਮ ਕਰਵਾਇਆ ਇਹਦਾ ਅਭਿਆਸ ਕਰਨਾ, ਲਿਖ ਕੇ ਦੇਖ ਲੈਣਾ। ਬਾਕੀ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਥੈਂਕ ਯੂ।